ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਰਾਂਗੇ ਕਿਸਾਨੀ ਅੰਦੋਲਨ ਦੇ ਤਹਿਤ ਲਗਾਤਾਰ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਤੋਂ ਬਾਅਦ ਸਿਆਸਤ ਦੀ ਐਂਟਰੀ ਉਹਨਾਂ ਤਸਵੀਰਾਂ ਦੇ ਵਿੱਚ ਹੋਣ ਲੱਗਦੀ ਹੈ। ਗੱਲ ਕਰਾਂਗੇ ਲੱਖੇ ਸਿਧਾਣੇ ਦੇ ਭਰਾ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਦੇ ਵਿੱਚ ਹੁਣ ਸਿਆਸੀ ਐਂਟਰੀ ਤੋਂ ਬਾਅਦ ਦਿੱਲੀ ਪੁਲਿਸ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ। ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਆਖਰਕਾਰ ਕੀ ਉਹਨਾਂ ਨੇ ਲੱਖੇ ਸਿਧਾਣੇ ਦੇ ਭਰਾ ਗੁਰਦੀਪ ਮੁੰਡੀ ਨੂੰ ਗ੍ਰਿਫਤਾਰ ਹਿਰਾਸਤ ਦੇ ਵਿੱਚ ਕੀਤਾ ਸੀ ਜਾਂ ਫਿਰ ਨਹੀਂ ਸੀ ਕੀਤਾ। ਉਸ ਦੇ ਨਾਲ ਕੁੱਟਮਾਰ ਹਿਰਾਸਤ ਦੇ ਵਿੱਚ ਹੋਈ ਹੈ ਜਾਂ ਨਹੀਂ ਹੋਈ। ਇਸ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਸਫਾਈ ਦਿੱਤੀ ਹੈ। ਕੀ ਕੁਝ ਦਿੱਲੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਿਹਾ ਹੈ ਉਹ ਤੁਹਾਨੂੰ ਦੱਸਿਆ ਕਿ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਸੇ ਵੀ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਗੁਰਦੀਪ ਨੂੰ ਨਹੀਂ ਸੀ ਰੱਖਿਆ। ਉਹਨਾਂ ਨੇ ਇਸ ਗੱਲ ਨੂੰ ਸਾਫ਼ ਕੀਤਾ, ਇਸ ਤੋਂ ਇਨਕਾਰ ਕਰ ਦਿੱਤਾ ਹੈ। ਪਰ ਨਾਲ ਹੀ ਉਹਨਾਂ ਨੇ ਇਹ ਵੀ ਮੰਨਿਆ ਹੈ ਕਿ ਉਹਨਾਂ ਨੇ ਪੁੱਛਗਿੱਛ ਜ਼ਰੂਰ ਕੀਤੀ ਹੈ ਗੁਰਦੀਪ ਤੋਂ। ਦੱਸਦੀ ਕਿ ਲੱਖੇ ਸਿਧਾਣੇ ਨਾਲ ਦਿੱਲੀ ਗਣਤੰਤਰ ਦਿਵਸ ਮੌਕੇ ਦੇ ਉੱਤੇ ਵਾਪਰੀ ਲਾਲ ਕਿਲੇ ਦੇ ਵਿੱਚ ਘਟਨਾ ਤੋਂ ਬਾਅਦ ਇਸ ਦਾ ਨਾਮ ਆ ਰਿਹਾ ਸੀ। ਲੱਖੇ ਸਿਧਾਣੇ ਦੇ ਉੱਤੇ 1 ਲੱਖ ਰੁਪਏ ਦਾ ਇਨਾਮ ਜਿਹੜਾ ਦਿੱਲੀ ਪੁਲਿਸ ਦੇ ਵੱਲੋਂ ਰੱਖਿਆ ਗਿਆ, ਜਿਸ ਤੋਂ ਬਾਅਦ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਦਿੱਲੀ ਪੁਲਿਸ। ਦੱਸਦੀ ਹੈ ਕਿ ਦਿੱਲੀ ਪੁਲਿਸ ਨੇ 160 ਦੇ ਕਰੀਬ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਦਿੱਲੀ ਪੁਲਿਸ ਨੇ ਇਸ ਗੱਲ ਨੂੰ ਸਾਫ਼ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਲੱਖੇ ਸਿਧਾਣੇ ਦੇ ਭਰਾ ਦੇ ਕੋਲੋਂ ਵੀ ਪੁੱਛਗਿੱਛ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਅਤੇ ਪੁੱਛਗਿੱਛ ਤੋਂ ਬਾਅਦ ਉਹਨਾਂ ਨੇ ਛੱਡ ਦਿੱਤਾ ਸੀ। ਦੱਸਦੀ ਕਿ ਪੁਲਿਸ ਦੇ ਅਨੁਸਾਰ 8 ਅਪ੍ਰੈਲ ਨੂੰ ਦਿੱਲੀ ਪੁਲਿਸ ਨੇ ਇੱਕ ਵਿਸ਼ੇਸ਼ ਸੈੱਲ ਦੀ ਟੀਮ ਜਦੋਂ ਪਟਿਆਲੇ ਦੇ ਵਿੱਚ ਲਾਗਲੇ ਇਲਾਕੇ 'ਚ ਲੱਖੇ ਸਿਧਾਣੇ ਦੀ ਭਾਲ ਘੁੰਮ ਰਹੀ ਸੀ ਤਾਂ ਉਸ ਵਕਤ ਗੁਰਦੀਪ ਸਿੰਘ ਉਹਨਾਂ ਦੇ ਹੱਥੇ ਚੜ੍ਹਿਆ ਹੈ, ਜਿਸ ਤੋਂ ਬਾਅਦ ਗੁਰਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਹੈ। ਪੁਲਿਸ ਅਨੁਸਾਰ ਗੁਰਦੀਪ ਸਿੰਘ ਤੋਂ ਸਿਰਫ ਲੱਖੇ ਸਿਧਾਣੇ ਦੇ ਲੁਕਣ ਦੇ ਟਿਕਾਣਿਆਂ ਅਤੇ ਉਸ ਦੀਆਂ ਹੋਰ ਗਤੀਵਿਧੀਆਂ ਬਾਰੇ ਪੁੱਛਿਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਇਹ ਵੀ ਕਿਹਾ ਗਿਆ ਹੈ ਕਿ ਜਦੋਂ ਕਦੇ ਵੀ ਲੋੜ ਪੈਂਦੀਆਂ ਤਾਂ ਇੱਕ ਵਾਰ ਫਿਰ ਤੋਂ ਪੁੱਛਗਿੱਛ ਦੁਬਾਰਾ ਦਿੱਲੀ ਪੁਲਿਸ ਕਰ ਸਕਦੀ ਹੈ। ਇਹ ਸਾਫ਼ ਕਰ ਦਿੱਤਾ ਹੈ। ਦੱਸਦੀ ਹੈ ਕਿ ਪੁਲਿਸ ਨੇ ਇਹ ਗੱਲ ਮੰਨ ਲਈ ਹੈ ਕਿ ਲੱਖੇ ਸਿਧਾਣੇ ਦੇ ਭਰਾ ਨੂੰ ਉਹਨਾਂ ਨੇ ਹਿਰਾਸਤ ਦੇ ਵਿੱਚ ਲਿਆ ਸੀ। ਲੱਖੇ ਸਿਧਾਣੇ ਦੇ ਭਰਾ ਤੋਂ ਪੁੱਛਗਿੱਛ ਕੀਤੀ ਹੈ, ਪਰ ਕੁੱਟਮਾਰ ਅਤੇ 3rd ਡਿਗਰੀ ਟਾਰਚਰ ਤੋਂ ਦਿੱਲੀ ਪੁਲਿਸ ਨੇ ਇਨਕਾਰ ਜ਼ਰੂਰ ਕੀਤਾ। ਉਧਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਲਗਾਤਾਰ ਇਸ ਮਾਮਲੇ ਦੇ ਵਿੱਚ ਟਵੀਟ ਕੀਤੇ ਜਾ ਰਹੇ ਨੇ ਤੇ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਵੀ ਪਿੱਛੇ ਨਹੀਂ ਆਏ। ਉਹ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਘੇਰ ਰਹੀ ਹੈ ਤੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਸਰਕਾਰ ਨੂੰ ਘੇਰ ਰਹੇ ਨੇ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਵੱਡੀਆਂ ਗੱਲਾਂ ਆਖ ਦਿੱਤੀਆਂ ਨੇ। ਲੱਖੇ ਸਿਧਾਣੇ ਦੇ ਹੱਕ ਦੇ ਵਿੱਚ ਟਵੀਟ ਹੈ ਕਿਉਂਕਿ #ਲੱਖਾ ਸਿਧਾਣਾ ਵੀ ਵਰਤਿਆ ਗਿਆ ਹੈ। ਜਿਸ ਟਵੀਟ ਦੇ ਵਿੱਚ ਟਵੀਟ ਦੇ ਅੰਤ ਦੇ ਵਿੱਚ ਲੱਖੇ ਸਿਧਾਣੇ ਦਾ ਨਾਮ ਵਰਤਿਆ ਗਿਆ, ਜਿਸ ਤੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਲੱਖੇ ਸਿਧਾਣੇ ਦੀ ਸਪੋਰਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਉਤਰੇ ਨੇ। ਨਵਜੋਤ ਸਿੰਘ ਸਿੱਧੂ ਲਗਾਤਾਰ ਟਵੀਟ ਕਰ ਰਹੇ ਨੇ ਤੇ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ। ਨਵਜੋਤ ਸਿੰਘ ਸਿੱਧੂ ਨੇ ਲਿਖਿਆ ਹੈ ਕਿ ਕਿਸਾਨੀ ਸੰਘਰਸ਼ ਦੇ ਦਰਮਿਆਨ ਪੰਜਾਬ ਦੇ ਨੌਜਵਾਨਾਂ ਨੇ ਆਪਣੇ ਬੇਮਿਸਾਲ ਕਿਰਦਾਰ ਕਰਕੇ ਦੁਨੀਆ ਭਰ ਦੇ ਵਿੱਚ ਇੱਜ਼ਤ ਕਮਾਈ ਹੈ ਤੇ ਲੋਕਾਂ ਦੀ ਨਜ਼ਰਾਂ ਦੇ ਵਿੱਚ ਪੰਜਾਬ ਦਾ ਅਕਸ ਉੜਤਾ ਪੰਜਾਬ ਤੋਂ ਚੜ੍ਹਦਾ ਪੰਜਾਬ ਬਦਲ ਕੇ ਰੱਖ ਦਿੱਤਾ ਹੈ। ਇਹਨਾਂ ਮੁਸ਼ਕਿਲ ਹਾਲਾਤਾਂ ਦੇ ਵਿੱਚ ਆਪਣੇ ਭਵਿੱਖ ਨੂੰ ਬਚਾਉਣ ਦੇ ਲਈ ਸਾਨੂੰ ਸਾਡੀ ਨੌਜਵਾਨ ਪੀੜ੍ਹੀ ਦੀ ਸੁਰੱਖਿਆ ਨਿਸ਼ਚਿਤ ਕਰਨੀ ਪਏਗੀ। ਕਿਸਾਨੀ ਮੋਰਚਿਆਂ ਦੀ ਜਿੱਤ ਨੌਜਵਾਨਾਂ ਦੇ ਜਜ਼ਬੇ ਤੇ ਯੂਨੀਅਨ ਲੀਡਰਾਂ ਦੇ ਤਜਰਬੇ ਸਦਕਾ ਇਹਨਾਂ ਦੇ ਸੁਮੇਲ ਦੇ ਨਾਲ ਹੀ ਪ੍ਰਵਾਨ ਚੜ੍ਹੀ ਹੈ। ਇਸ ਤੋਂ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਟਵੀਟ ਕੀਤਾ ਸੀ, ਜਿਸ ਦੇ ਵਿੱਚ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਵਿਅੰਗ ਕਰਦਿਆਂ ਆਖਿਆ ਸੀ ਕਿ ਖੁਆਇਸ਼ ਭਾਵੇਂ ਮੇਰੀ ਅਧੂਰੀ ਹੀ ਸਹੀ ਪਰ ਮੈਂ ਕੋਸ਼ਿਸ਼ ਪੂਰੀ ਕਰਦਾ ਹਾਂ। ਇੱਥੇ ਹੀ ਬਸ ਨਹੀਂ, ਇਸ ਟਵੀਟ ਤੋਂ ਪਹਿਲਾਂ ਵੀ ਇੱਕ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਧਮਾਕੇਦਾਰ ਟਵੀਟ ਕੀਤਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਕਈ ਕੋਸ਼ਿਸ਼ਾਂ ਅਤੇ ਸਾਜ਼ਿਸ਼ਾਂ ਪੰਜਾਬ ਨੂੰ ਡਬਾਉਣ ਦੀਆਂ ਹੋ ਰਹੀਆਂ ਨੇ। ਅਜਿਹੇ ਵਿਅੰਗਾਂ ਦੇ ਵਿੱਚ ਉਹਨਾਂ ਨੇ ਟਵੀਟ ਕੀਤੇ ਸੀ। ਸੋ ਨਵਜੋਤ ਸਿੰਘ ਸਿੱਧੂ ਦੇ ਟਵੀਟ ਹੁਣ ਲਗਾਤਾਰ ਚਰਚਾਵਾਂ ਦੇ ਵਿੱਚ ਨੇ। ਆਖਰਕਾਰ ਇਹਨਾਂ ਟਵੀਟਾਂ ਦਾ ਅਸਰ ਕਿੰਨਾ ਕੁ ਹੋਏਗਾ ਇਹ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਾਂਗੇ। ਪਰ ਲੱਖੇ ਸਿਧਾਣੇ ਦੀ ਸਪੋਰਟ ਦੇ ਵਿੱਚ ਸਾਰੀਆਂ ਸਿਆਸੀ ਧਿਰਾਂ ਉਤਰੀਆਂ ਨੇ। ਉਹਨਾਂ ਦੇ ਵਿੱਚ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਨਾਮ ਸੁਖਬੀਰ ਸਿੰਘ ਬਾਦਲ ਹੋਣਾ ਦਾ ਵੀ ਆ ਰਿਹਾ। ਉਹਨਾਂ ਨੇ ਵੀ ਲੱਖੇ ਸਿਧਾਣੇ ਦੇ ਭਰਾ ਦੇ ਹੱਕ ਦੇ ਵਿੱਚ ਪੋਸਟ ਪਾਈ ਹੈ। ਉਧਰ ਪੰਜਾਬ ਦੀ ਸਿਆਸਤ ਦੇ ਵੱਲ ਰੁਖ ਕਰੀਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਇੱਕ ਨਵਾਂ ਵੱਡਾ ਫੇਰ ਬਦਲ ਹੋਣ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲਈ ਵੱਡੀ ਟੱਕਰ ਖੜੀ ਹੋ ਸਕਦੀ ਹੈ ਕਿਉਂਕਿ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ 2 ਧੜੇ ਇਕੱਠੇ ਹੋਣ ਜਾ ਰਹੇ ਨੇ। ਦੱਸਦੀਏ ਕਿ ਇਹਨਾਂ ਧੜਿਆਂ ਦੇ ਵਿੱਚ ਬ੍ਰਹਮਪੁਰਾ ਦਾ ਧੜਾ ਵੀ ਹੈ ਤੇ ਦੂਜੇ ਪਾਸੇ ਢੀਂਡਸਾ ਧੜਾ ਵੀ ਹੈ। ਇਹਨਾਂ ਦੋਹਾਂ ਧੜਿਆਂ ਨੂੰ ਮਿਲਾ ਕੇ ਹੁਣ ਇੱਕ ਪਾਰਟੀ ਬਣਾਉਣ ਦੀਆਂ ਜੋ ਕਿ ਆਸਰਾਈਆਂ ਸੀ ਉਹਨਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ। ਦੱਸਦੀ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਇਹ ਇਕੱਠੇ ਹੋਣ ਜਾ ਰਹੇ ਨੇ। ਇਸ ਗੱਲ ਨੂੰ ਲੈ ਕੇ 6 ਮੈਂਬਰੀ ਕਮੇਟੀ ਦੀ ਬੈਠਕ ਵੀ ਬੀਤੇ ਦਿਨਾਂ ਹੋਈ ਹੈ, ਜਿਸ ਦੇ ਵਿੱਚ ਕਰਨੈਲ ਸਿੰਘ, ਪੀਰ ਮੁਹੰਮਦ, ਰਣਜੀਤ ਸਿੰਘ ਤਲਵੰਡੀ ਦੇ ਸਮੇਤ
ਵੱਡੇ ਆਗੂ ਜਿਹੜੇ ਅਕਾਲੀ ਦਲ ਦੇ ਮੌਜੂਦ ਰਹੇ ਨੇ, ਜਿਨ੍ਹਾਂ ਦੇ ਵੱਲੋਂ ਮਿਲ ਕੇ ਇਸ ਗੱਲ ਨੂੰ ਸਾਫ਼ ਕਰ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੋਹਾਂ ਧਿਰਾਂ ਇਕੱਠੀਆਂ ਹੋਣਗੀਆਂ ਤੇ ਇਹਨਾਂ ਦੋਹਾਂ ਧਿਰਾਂ ਦੇ ਵੱਲੋਂ ਇਕੱਠੇ ਹੋ ਕੇ ਇੱਕ ਵੱਖਰਾ ਫਰੰਟ ਬਣਾਉਣ ਦੀ ਵੀ ਤਿਆਰੀ ਹੋ ਚੁੱਕੀ ਹੈ। ਇਸ ਪੂਰੇ ਮਾਮਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਬੱਬੀ ਬਾਦਲ ਹੋਣਾ ਦੇ ਨਾਲ ਗੱਲਬਾਤ ਵਿਸ਼ੇਸ਼ ਤੌਰ ਤੇ ਉੱਤੇ ਕੀਤੀ ਹੈ ਕਿ ਕੁਝ ਬੱਬੀ ਬਾਦਲ ਹੋਣਾ ਨੇ ਇਸ ਪੂਰੇ ਮੀਟਿੰਗ ਤੋਂ ਬਾਅਦ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਆ ਸਰਾਈਆਂ ਕੀ ਹੋਣਗੀਆਂ ਉਹ ਜਾਣਦੇ ਹਾਂ। ਬੱਬੀ ਬਾਦਲ ਹੋਣਾ ਦੇ ਵੱਲ ਸਿੱਧਾ ਹੀ ਰੁਖ ਕਰਦੇ ਹਾਂ। ਬਾਦਲ ਸਾਹਿਬ ਸਵਾਗਤ ਹੈ ਜੀ E9 ਨਿਊਜ਼ ਦੇ ਉੱਤੇ। ਸਭ ਤੋਂ ਪਹਿਲਾਂ ਤਾਂ ਗੱਲਬਾਤ ਜਿਹੜੀ ਕਰਨੀ ਹੈ ਕਿ ਜੋ ਮੀਟਿੰਗ ਅੱਜ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਡੈਮੋਕ੍ਰੈਟਿਕ ਦੇ ਵਿਚਕਾਰ, ਕੀ ਕੁਝ ਇਸ ਮੀਟਿੰਗ ਦੇ ਵਿੱਚ ਰਿਹਾ ਹੈ? ਇਸ ਮੀਟਿੰਗ ਦੇ ਵਿੱਚ ਏਕਤਾ ਦੀ ਗੱਲ ਵਿਚਾਰੀ ਗਈ ਸੀ ਜੀ, ਔਰ ਤੁਹਾਨੂੰ ਪਤਾ ਹੈ ਬੜੇ ਦੇਰ ਤੋਂ ਦੋਵੇਂ ਦਲ ਇਕੱਠੇ ਚੱਲ ਰਹੇ ਨੇ, ਨਿਸ਼ਾਨਾ ਇਕੱਠੇ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਪਾਉਣੀਆਂ, ਜੋ ਨਿਘਾਰ ਆਇਆ ਹੈ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪੁਰਾਤਨ ਰਵਾਇਤਾਂ ਵਿੱਚ, ਉਸ ਨੂੰ ਦੁਬਾਰਾ ਤੋਂ ਉਹਨਾਂ ਮਹਾਨ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਜੋ ਪ੍ਰਾਪਤ ਉਹਨਾਂ ਦਾ ਚੜ੍ਹਦੀ ਕਲਾ ਵਾਲਾ ਸਥਾਨ ਸੀ ਉੱਥੇ ਲੈ ਕੇ ਜਾਣਾ। ਸੋ ਇਹ ਸਾਰੀਆਂ ਤੇ ਵਿਚਾਰ ਚਰਚਾ ਕਰਕੇ ਆਪਾਂ ਚਾਹੁੰਦੇ ਸੀ ਕਿ ਪ੍ਰੋਗਰਾਮ ਇੱਕ ਨੇ ਤੇ ਆਪਾਂ ਦੋਵੇਂ ਦਲ ਦੀ ਥਾਂ ਤੇ ਇੱਕ ਪਲੇਟਫਾਰਮ ਤੇ ਆਈਏ। ਸੰਗਤ ਦੀ ਵੀ ਇਹੀ ਮੰਗ ਸੀ ਤੇ ਇਸੇ ਨੂੰ ਲੈ ਕੇ ਮੀਟਿੰਗ ਕੀਤੀ ਗਈ ਜੀ। ਬਾਦਲ ਸਾਹਿਬ ਇਹਦੇ 'ਚ ਇਹ ਗੱਲ ਖਾਸ ਰਹੇਗੀ ਕਿ ਹੁਣ ਇਹ ਦੋਹਾਂ ਪਾਰਟੀਆਂ ਇੱਕ ਦੂਜੇ ਵਿੱਚ ਮਰਜ ਹੋ ਰਹੀਆਂ ਨੇ ਜਾਂ ਕੋਈ ਇਹਨਾਂ ਨੂੰ ਖਤਮ ਕਰਕੇ ਕੋਈ ਨਵੀਂ ਪਾਰਟੀ ਬਣਾਉਣ ਦੀ ਤਿਆਰੀ ਹੋਈ? ਨਹੀਂ ਜੀ, ਇਹ ਇੱਕ ਦੂਜੇ 'ਚ ਮਰਜ ਹੋ ਰਹੀਆਂ ਨੇ ਔਰ ਮਰਜ ਹੋ ਕੇ ਉੱਥੇ ਸ੍ਰੀ ਦਰਬਾਰ ਸਾਹਿਬ ਇੱਕ ਨਵੀਂ ਇੱਕ ਪਾਰਟੀ ਪੰਥਕ ਪਾਰਟੀ ਦਾ ਐਲਾਨ ਹੋਵੇਗਾ ਜੀ। ਕਿੰਨੀ ਤਰੀਕ ਨੂੰ ਜਿਹੜੀ ਇਹ ਜਿਹੜਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਦੁਬਾਰਾ ਮੀਟਿੰਗ ਹੋਣ ਜਾ ਰਹੀ ਹੈ ਤੇ ਕਦੋਂ ਤੱਕ ਜਿਹੜੀ ਨਵੀਂ ਪਾਰਟੀ ਜਿਹੜੀ ਹੋਂਦ ਦੇ ਵਿੱਚ ਲਿਆਂਦੀ ਜਾਏਗੀ? ਇਹ ਜੀ ਜਿਹੜੇ ਦੋਵੇਂ ਪ੍ਰਧਾਨਾਂ ਦੇ ਵਿੱਚ ਅਜੇ ਜਦੋਂ ਨਿੱਜੀ ਗੱਲ ਹੋਈ ਨਾ, ਅਜੇ ਤਾਂ ਕਮੇਟੀਆਂ ਸੀਗੀਆਂ 3-3 ਮੈਂਬਰੀ ਦੋਨੇ ਪਾਸਿਓਂ, ਉੱਥੇ ਇਹ ਫੈਸਲਾ ਹੋਇਆ ਕਿ ਮੇਰੇ ਖਿਆਲ ਨਾਲ 1-2 ਦਿਨ ਦਿਓ, ਉਹਦੇ ਵਿੱਚ ਫਿਰ ਸਾਰਾ ਕੁਝ ਆਪਾਂ ਨੂੰ ਜਿਹੜੀ ਉਹਨਾਂ ਦਾ ਹੈਗਾ ਪ੍ਰੋਗਰਾਮ ਉਹ ਸਾਰਾ ਤੁਹਾਨੂੰ ਦੱਸ ਦਿਆਂਗੇ ਕਿ ਕਿਵੇਂ ਕਿਵੇਂ ਔਰ ਕਦੋਂ ਕਦੋਂ ਹੋਵੇਗਾ ਜੀ। ਇੱਕ ਬਾਦਲ ਸਾਹਿਬ ਜਿਹੜੀ ਕਰਨੈਲ ਸਿੰਘ ਪੀਰ ਮੁਹੰਮਦ ਹੋਣਾ ਨਾਲ ਵੀ ਜਿਹੜੀ ਗੱਲਬਾਤ ਹੋਈ ਸੀ, ਉਹਨਾਂ ਨੇ ਵੀ ਉਸ ਦੇ ਵਿੱਚ ਕਿਹਾ ਕਿ 17 ਤਰੀਕ ਨੂੰ ਜਿਹੜੀ ਕਰੀਬ ਜਿਹੜੀ ਮੀਟਿੰਗ ਕੋਈ ਹੋਰ ਹੋ ਸਕਦੀ ਹੈ, ਜਿਸ ਦੇ ਵਿੱਚ ਜਿਹੜਾ ਕਿ ਇੱਕ ਨਵੀਂ ਪਾਰਟੀ ਦਾ ਵੀ ਐਲਾਨ, ਹਾਲਾਂਕਿ ਉਹਨਾਂ ਨੇ ਇਸ ਗੱਲ ਦੀ ਸਪਸ਼ਟੀਕਰਨ ਦਿੱਤਾ ਕਿ ਦੋਹਾਂ 'ਚ ਕੋਈ ਪਾਰਟੀ ਖਤਮ ਹੋ ਸਕਦੀ ਹੈ, ਇੱਕ ਦੇ ਵਿੱਚ ਜਾ ਕੇ ਦੂਜੀ ਪਾਰਟੀ ਮਰਜ ਹੋ ਸਕਦੀ ਹੈ ਜਾਂ ਫਿਰ ਨਵੀਂ ਪਾਰਟੀ ਦਾ ਹੋਣਾ। ਪਰ ਜਿਸ ਤਰ੍ਹਾਂ ਦੇ ਸੰਕੇਤ ਤੁਸੀਂ ਦਿੱਤੇ ਨੇ ਕਿ ਨਵੀਂ ਪਾਰਟੀ ਬਣਾਉਣ ਜਾ ਰਹੇ ਹੋ, ਤੇ ਕਿਸ ਨਾਮ ਦੇ ਥੱਲੇ ਜਿਹੜੀ ਪਾਰਟੀ ਹੋ ਸਕਦੀ ਹੈ? ਦੇਖੋ, ਇਹ ਸਾਰਾ ਜਿਹੜਾ ਹੈਗਾ ਨਾ, ਇਹ ਪ੍ਰਧਾਨ ਜਿਹੜੇ ਦੋਵੇਂ ਹੈਗੇ ਨੇ ਸਾਡੇ ਬ੍ਰਹਮਪੁਰਾ ਸਾਹਿਬ ਅਤੇ ਦੂਸਰਾ ਸਾਡੇ ਪ੍ਰਧਾਨ ਜਿਹੜੇ ਹੁਣ ਆਪਣੇ ਢੀਂਡਸਾ ਸਾਹਿਬ ਹੈ, ਉਹਨਾਂ ਨੇ ਇਹ ਮਿਲ ਕੇ ਡਿਸਾਈਡ ਕਰਨਾ ਹੈ। ਇਹਦੇ ਵਿੱਚ ਤੁਸੀਂ ਇਹ ਨਾ ਬਿਲਕੁਲ ਕਹੋ ਕਿ ਇਹ ਇੱਕ ਪਾਰਟੀ ਦੂਸਰੇ ਪਾਰਟੀ, ਕਿਹੜੀ ਪਾਰਟੀ ਭੰਗ ਹੋ ਰਹੀ ਹੈ, ਕਿਹੜੀ ਪਾਰਟੀ ਰਲ ਰਹੀ ਹੈ। ਇਹ ਗੱਲ ਇਹ ਹੈ ਕਿ ਦੋਹੇ ਹੀ, ਜਿਵੇਂ ਇੱਕ ਆਪਾਂ ਕਹਿੰਦੇ ਆ ਨਾ ਕਿ ਜਦੋਂ ਆਪਾਂ ਪਾਣੀ ਦੇ ਵਿੱਚ ਪਾਣੀ ਪੈ ਜਾਂਦਾ ਤਾਂ ਉਹ ਫਿਰ ਅਲੱਗ ਅਲੱਗ ਨਹੀਂ ਰਹਿ ਜਾਂਦਾ, ਉਹ ਇੱਕੋ ਹੀ ਹੋ ਜਾਂਦਾ ਹੈ। ਸੋ ਉਹਦੇ ਵਿੱਚ ਹੈ ਕਿ ਮਹਾਰਾਜ ਨੇ ਕਿਰਪਾ ਕੀਤੀ ਹੈ, ਏਕਤਾ ਹੋਈ ਹੈ। ਸੋ ਉਹਦੇ ਵਿੱਚ ਇਹ ਆਪਾਂ ਨੂੰ ਨਾ ਲਿਆਉਣੀ ਚਾਹੀਦੀ ਹੈ ਗੱਲ ਕਿ ਕਿਹੜੀ ਪਾਰਟੀ ਕਿਹਦੇ 'ਚ ਰਲੇਵਾਂ ਹੋਇਆ। ਬਸ ਤੁਸੀਂ ਇਹ ਸੋਚ ਲਓ ਕਿ ਦੋਹੇ ਹੀ ਇਕੱਠੇ ਹੋ ਰਹੇ ਨੇ ਜੀ। ਤੇ ਬਾਦਲ ਸਾਹਿਬ ਕਿਸੇ ਹੋਰ ਸਿਆਸੀ ਧਿਰ ਨੂੰ ਵੀ ਨਾਲ ਜੋੜਨ ਦੀਆਂ ਤਿਆਰੀਆਂ ਹੋ ਰਹੀਆਂ ਨੇ, ਕਿਉਂਕਿ ਬੀਤੇ ਦਿਨੀ ਚਰਚਾਵਾਂ ਸੀ ਕਿ ਆਮ ਆਦਮੀ ਪਾਰਟੀ ਵੀ ਜਿਹੜੀ ਤੁਹਾਡੇ ਨਾਲ ਸਿਆਸੀ ਤੌਰ ਦੇ ਉੱਤੇ ਗੱਠਜੋੜ ਹੋ ਸਕਦਾ, ਕੋਈ ਅਜਿਹੀਆਂ ਚਰਚਾਵਾਂ ਵੀ ਇਸ ਮੀਟਿੰਗ ਦੇ ਵਿੱਚ ਰਹੀਆਂ ਨੇ? ਦੇਖੋ, ਇਹ ਤਾਂ ਮੈਂ ਤਾਂ ਤੁਹਾਨੂੰ ਇਹੀ ਦੱਸ ਸਕਦਾ ਹੈ ਕਿ ਇਹ ਤਾਂ ਪਹਿਲਾ ਕਦਮ ਹੈ ਅਜੇ। ਇਸ ਤੋਂ ਬਾਅਦ ਸਾਰਾ ਜਿਹੜਾ ਅੱਗੇ ਹਮ ਖਿਆਲੀ ਪਾਰਟੀਆਂ ਨੂੰ ਨਾਲ ਚਲਾਉਣ ਵਾਸਤੇ ਆਪਾਂ ਇੱਕ ਕਵਾਇਤ ਬਣਾਈ ਹੈ ਜਿਸ ਦੇ ਉੱਤੇ ਕੰਮ ਕਰ ਰਹੇ ਹੈ। ਸੋ ਜਿਵੇਂ ਆਪਾਂ ਚਾਹੁੰਦੇ ਹਾਂ ਕਿ ਜਿਹੜਾ ਪੰਜਾਬ ਨੂੰ ਲੁੱਟ ਖਸੁੱਟ ਤੋਂ ਬਚਾਉਣ ਵਾਸਤੇ, ਰਵਾਇਤੀ ਪਾਰਟੀਆਂ ਦੇ ਚੁੰਗਲ ਚੋਂ ਕੱਢਣ ਵਾਸਤੇ, ਲੋਕਾਂ ਦੇ ਮਨ ਦੇ ਜੋ ਵਲਵਲੇ ਨੇ ਉਹਨਾਂ ਨੂੰ ਸੱਚ ਕਰਨ ਵਾਸਤੇ ਕੋਈ ਕੁਰਬਾਨੀ ਦੇਣੀ ਪੈ ਜੇ
ਉਹ ਸਾਰੀ ਕੁਰਬਾਨੀ ਆਪਾਂ ਕਰਨ ਨੂੰ ਤਿਆਰ ਹੈ, ਪਰ ਆਪਾਂ ਲੋਕਾਂ ਨੂੰ ਇੱਕ ਵਿਕਲਪ ਜ਼ਰੂਰ ਦੇਵਾਂਗੇ। ਇੱਕ ਵਿਕਲਪ ਇਹੋ ਜਿਹਾ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਘਰ ਕਰ ਜਾਵੇ। ਜੀ ਤੇ ਬਾਦਲ ਸਾਹਿਬ, ਮੈਂ ਫਿਰ ਉਹੀ ਸਵਾਲ ਦੇ ਉੱਤੇ ਆਵਾਂਗਾ ਕਿ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਹੋ ਗਏ, ਸੁਖਪਾਲ ਸਿੰਘ ਖਹਿਰਾ ਹੋ ਗਏ, ਜਾਂ ਫਿਰ ਹੋਰ ਜਿਹੜੇ ਲਾਈਕ ਮਾਈਂਡਡ ਜਿਹੜੇ ਇੱਕ ਇਕੱਠੀ ਮੰਨਿਆ ਜਾ ਰਿਹਾ ਕਿ ਉਹ ਇੱਕ ਵੱਖਰਾ ਫਰੰਟ ਤਿਆਰ ਕਰ ਸਕਦੇ ਨੇ, ਕਿ ਇਹਨਾਂ ਸਾਰੀਆਂ ਧਿਰਾਂ ਨੂੰ ਸੱਦਾ ਦਿੱਤਾ? ਇਹ ਦੇਖੋ ਕਿਹੜੇ ਕਿਹੜੇ ਬੰਦੇ ਨੂੰ ਸੱਦਾ ਦੇਣਾ ਹੈ, ਕਿਹੜੇ ਕਿਹੜੇ ਬੰਦੇ ਨੂੰ ਬੁਲਾਉਣਾ ਹੈ, ਵਿੱਚ ਹਿੱਸਾ ਬਣਾਉਣਾ ਹੈ, ਇਹ ਮੇਰੇ ਲੈਵਲ ਤੋਂ ਉੱਪਰ ਦੀ ਗੱਲ ਹੈ। ਮੈਂ ਸਿਰਫ ਇੰਨਾ ਹੀ ਕਹੂੰਗਾ ਕਿ ਇਹ ਢੀਂਡਸਾ ਸਾਹਿਬ ਤੇ ਬ੍ਰਹਮਪੁਰਾ ਸਾਹਿਬ ਹੋਰਾਂ ਨੇ ਫੈਸਲੇ ਲੈਣੇ ਹੈ। ਪਰ ਇੱਕ ਗੱਲ ਹੈ ਕਿ ਮੈਂ ਤੁਹਾਨੂੰ ਭਾਵਨਾ ਬਾਰੇ ਦੱਸ ਸਕਦਾ ਕਿ ਭਾਵਨਾ ਇਹ ਹੋਵੇਗੀ ਕਿ ਆਪਾਂ ਇਹ ਰਵਾਇਤੀ ਪਾਰਟੀਆਂ ਦੀ ਜਿਹੜੀ ਚੁੰਗਲਬਾਜ਼ੀ ਹੈ ਇਹਨੂੰ ਖਤਮ ਕਰਕੇ ਪੰਜਾਬ ਨੂੰ ਬਚਾਉਣ ਲਈ, ਲੋਕਾਂ ਨੂੰ ਇੱਕ ਚੰਗਾ ਵਿਕਲਪ ਦੇਣ ਲਈ ਕੰਮ ਕਰੀਏ। ਇਹ ਭਾਵਨਾ ਮੈਂ ਤੁਹਾਨੂੰ ਦੱਸਤੀ। ਹੁਣ ਇਹਦੇ ਪਰਟੀਕੁਲਰਲੀ ਕਿਹੜਾ ਬੰਦਾ ਆਊਗਾ, ਕਿਹੜਾ ਨਹੀਂ ਆਊਗਾ, ਇਹ ਮੈਂ ਨਹੀਂ ਕਹਿ ਸਕਦਾ ਕੁਛ। ਜੀ ਬਹੁਤ ਬਹੁਤ ਧੰਨਵਾਦ ਬਾਦਲ ਸਾਹਿਬ ਤੁਹਾਡਾ ਗੱਲਬਾਤ ਕਰਨ ਦੇ ਲਈ। ਥੈਂਕ ਯੂ ਜੀ, ਮਿਹਰਬਾਨੀ ਜੀ, ਮਿਹਰਬਾਨੀ। ਉਧਰ ਕੇਂਦਰ ਅਤੇ ਕਿਸਾਨਾਂ ਦੇ ਵਿਚਕਾਰ ਮੀਟਿੰਗਾਂ ਦਾ ਦੌਰ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਸਕਦਾ ਹੈ। ਇਸ ਦੌਰ ਦੇ ਵਿੱਚ ਲਗਾਤਾਰ ਦੋਹਾਂ ਧਿਰਾਂ ਦੇ ਪੱਖ ਤੋਂ ਬਿਆਨ ਆਉਣੇ ਵੀ ਸ਼ੁਰੂ ਹੋ ਚੁੱਕੇ ਨੇ। ਇੱਕ ਪਾਸੇ ਜਿੱਥੇ ਬੀਤੇ ਦਿਨਾਂ ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਗੱਲ ਨੂੰ ਲੈ ਕੇ ਸੰਕੇਤ ਦਿੱਤੇ ਸੀ ਕਿ ਕਿਸਾਨ ਆਗੂ ਜਦੋਂ ਚਾਹਣ ਬੈਠਕ ਕਰ ਸਕਦੇ ਨੇ, ਤਾਂ ਉਸ ਤੋਂ ਬਾਅਦ ਬਲਵੀਰ ਸਿੰਘ ਰਾਜੇਵਾਲ ਦਾ ਵੀ ਬਿਆਨ ਆਉਂਦਾ ਹੈ। ਰਾਜੇਵਾਲ ਕਹਿੰਦੇ ਨੇ ਕਿ ਜਦੋਂ ਵੀ ਮੀਟਿੰਗ ਦੇ ਲਈ ਸੱਦਾ ਆਏਗਾ ਅਸੀਂ ਮੀਟਿੰਗ ਦੇ ਲਈ ਜ਼ਰੂਰ ਜਾਵਾਂਗੇ, ਇਸ ਗੱਲ ਤੋਂ ਅਸੀਂ ਇਨਕਾਰ ਨਹੀਂ ਕਰਦੇ। ਪਰ ਹੁਣ ਇਸ ਮਾਮਲੇ ਦੇ ਵਿੱਚ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਦਾ ਬਿਆਨ ਹੈ। ਹਰਜੀਤ ਗਰੇਵਾਲ ਨੇ ਇੱਕ ਵਾਰ ਫਿਰ ਤੋਂ ਕਿਹਾ ਹੈ ਕਿ ਗੱਲਬਾਤ ਦੇ ਲਈ ਸਰਕਾਰ ਤਿਆਰ ਹੈ ਤੇ ਕਿਸਾਨਾਂ ਦੀਆਂ ਹਰ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਸਰਕਾਰ ਤਿਆਰ ਹੈ, ਪਰ ਇਹਨਾਂ ਤਿੰਨੇ ਕਾਨੂੰਨਾਂ ਨੂੰ ਰਿਪੀਲ ਨਾ ਕਰਨ ਦੀ ਗੱਲ ਇੱਕ ਵਾਰ ਫਿਰ ਤੋਂ ਦੁਹਰਾ ਗਏ ਨੇ ਹਰਜੀਤ ਗਰੇਵਾਲ। ਪ੍ਰਪੋਜ਼ਲ ਤਾਂ ਪਹਿਲਾਂ ਵੀ ਆਉਂਦੇ ਰਹਿੰਦੇ ਆ, ਅਲੱਗ-ਅਲੱਗ ਲੋਕ ਵੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਇਹ ਗੱਲ ਖਤਮ ਹੋਵੇ। ਜਿਹੜੇ ਕਿਸਾਨ ਦੇ ਹਿੱਤ 'ਚ ਨੇ, ਦੇਸ਼ ਹਿੱਤ 'ਚ ਨੇ, ਸਰਕਾਰ ਦਾ ਵੀ ਹਿੱਤ ਚਾਹੁੰਦੇ ਆ, ਕਾਨੂੰਨ ਦਾ ਰਾਜ ਚਾਹੁੰਦੇ ਆ, ਉਹ ਕੋਸ਼ਿਸ਼ ਕਰਦੇ ਆ ਕਿ ਇਹ ਜਿਹੜੀ ਕਿਸਾਨਾਂ ਤੇ ਸਰਕਾਰ 'ਚ ਟਕਰਾਓ ਆ ਇਹ ਖਤਮ ਹੋਣਾ ਚਾਹੀਦਾ। ਪਰ ਕੁਝ ਲੋਕ ਉਸ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇ। ਆਖਰ ਗੱਲ ਕੀ ਆ ਜਾਂਦੀ ਹੈ, ਪ੍ਰਪੋਜ਼ਲ ਆ ਕੇ ਸਾਰੀ, ਤੇ ਉਸ ਤੋਂ ਬਾਅਦ ਦੋ ਤਿੰਨ ਦਿਨ ਬਾਅਦ ਕਹਿੰਦੇ ਆ ਕਿ ਕਾਨੂੰਨ ਰਿਪੀਲ ਕਰੋ। ਸਰਕਾਰ ਨੇ ਕਿਹਾ ਕਿ ਉਸ ਤੋਂ ਬਿਨਾਂ ਜੋ ਵੀ ਗੱਲਾਂ ਹੋ ਸਕਦੀਆਂ ਨੇ ਉਹ ਕਰਨ ਨੂੰ ਤਿਆਰ ਆ, ਜੋ ਕਿਸਾਨ ਦੀਆਂ ਮੁਸ਼ਕਲਾਂ ਨੇ ਉਹਨੂੰ ਹੱਲ ਕਰਨ ਲਈ ਤਿਆਰ ਆ। ਅਤੇ ਮੈਂ ਸਮਝਦਾ ਕਿ ਕਿਸਾਨ ਲੀਡਰਾਂ ਨੂੰ ਵੀ ਸੁਹਿਰਦ ਹੋਣਾ ਚਾਹੀਦਾ। ਪ੍ਰਧਾਨ ਮੰਤਰੀ ਜੀ ਔਰ ਸਾਡੀ ਸਰਕਾਰ, ਜਿਹੜਾ ਕਿਸਾਨ ਸੜਕਾਂ 'ਤੇ ਬੈਠਾ ਜੈਨੂਨ ਕਿਸਾਨ, ਉਹਦੀ ਰਿਸਪੈਕਟ ਕਰਦੇ ਆ ਔਰ ਇਹ ਕਹਿੰਦੇ ਆ ਕਿ ਉਹ ਜਿਹੜਾ ਕਿਸਾਨ ਆ ਉਸ ਦੀ ਇੱਜ਼ਤ ਹੋਣੀ ਚਾਹੀਦੀ ਹੈ, ਰਿਸਪੈਕਟ ਹੋਣੀ ਚਾਹੀਦੀ ਹੈ, ਉਹ ਘਰਾਂ ਨੂੰ ਜਾਣਾ ਚਾਹੀਦਾ, ਉਹਦੀਆਂ ਗੱਲਾਂ ਮੰਨੀਆਂ ਜਾਣੀਆਂ ਚਾਹੀਦੀਆਂ। ਸਰਕਾਰ ਇਹਦੇ ਲਈ ਤਿਆਰ ਆ, ਪਰ ਕਿਸਾਨ ਲੀਡਰ ਇਹਦੇ 'ਚ ਰੇੜਕਾ ਪਾਉਂਦੇ ਆ, ਕਾਨੂੰਨ ਰੱਦ ਕਰੋ, ਰਿਪੀਲ ਕਰੋ, ਇਸ ਕਰਕੇ ਰੁਕ ਜਾਂਦਾ। ਭਾਜਪਾ ਆਗੂ ਹਰਜੀਤ ਗਰੇਵਾਲ ਦੇ ਵੱਲੋਂ ਕੁਝ ਕਿਸਾਨ ਆਗੂਆਂ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ। ਉਹਨਾਂ ਦਾ ਕਹਿਣਾ ਸੀ ਕਿ ਕੁਝ ਕਿਸਾਨ ਆਗੂ ਨੇ ਜੋ ਮੀਟਿੰਗਾਂ ਨੂੰ ਅੱਗੇ ਨਹੀਂ ਵਧਣ ਦੇ ਰਹੇ ਅਤੇ ਇਹਨਾਂ ਦੇ ਚੱਲਦਿਆਂ ਹੀ ਗੱਲਬਾਤ ਜਿਹੜੀ ਟੁੱਟੀ ਹੋਈ ਹੈ ਤੇ ਗੱਲਬਾਤ ਦੀ ਕੜੀ ਤਾਂ ਹੀ ਤੁਰੇਗੀ ਜੇ ਇਹ ਕਿਸਾਨ ਆਗੂ ਇਸ ਗੱਲਬਾਤ ਦੇ ਵਿੱਚ ਰੂੜਾ ਨਾ ਬਣਨ। ਇਸ ਨੂੰ ਲੈ ਕੇ योगेंद्र यादव ने हरजीत गरेवाल का जवाब दिता है। सवाल ये नहीं है कि योगेंद्र यादव किसान है कि नहीं है, इसका तो जवाब बहुत पहले दिया जा चुका। मैंने तो तंग आके अपने जो 4 किले ज़मीन है उसका डॉक्यूमेंट पब्लिक कर दिया, गांव फर्द सब कुछ बता दिया। ये चुप हो गए। चुप इसलिए हो गए कि वैसे तो अमित शाह अपने आप को किसान कहते हैं, राजनाथ सिंह अपने आप को किसान कहते हैं, नरेंद्र तोमर अपने आप को किसान कहते हैं। अगर योगेंद्र यादव किसान नहीं है तो ये तो सारे फर्जी हो जाएंगे। सवाल ये भी नहीं है कि योगेंद्र यादव किसान आगू है या नहीं है, किसान आंदोलन से उसका क्या ताल्लुक है, सब जानते हैं। 2015 अगस्त से तब से लेके आज तक 6 साल तक योगेंद्र यादव ने किसान आंदोलन के लिए क्या किया इन सबको पता है। 2015 में टिकरीवाल गांव पंजाब में है, वहां से ट्रैक्टर मार्च शुरू किया था। उसके बाद कर्नाटका से हरियाणा तक संवेदना यात्रा निकाली। मराठवाड़ा और बुंदेलखंड में सूखे के वक्त किसानों के साथ खड़ा हुआ। तमिलनाडु में किसानों के साथ गए। मंदसौर में फायरिंग हुई, वहां सबसे पहले पहुंचे हम लोग। और उसके बाद ऑल इंडिया किसान संघर्ष कोऑर्डिनेशन कमेटी बनाई, किसान यात्राएं की, किसान मुक्ति यात्राएं देश में की। पहली बार किसानों के बिल संसद में पेश करवाने वाले लोगों में से थे। किसान संसद आयोजित की सन 1918 में, सन 2018 में, 17 में।
हरियाणा में किसानों को सरसों की फसल का, बाजरा का दाम मिला, उसके लिए संघर्ष किया। और ये दिल्ली चलो 26 नवंबर की पहली कॉल जिन लोगों ने दी थी ना, योगेंद्र यादव उनमें से था। ये सब जानते हैं। ਉਧਰ ਕੇਂਦਰ ਕਿਸਾਨ ਮੀਟਿੰਗ ਦੇ ਉੱਤੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਬੁਲਾਰੇ ਰਾਜਕੁਮਾਰ ਵੇਰਕਾ ਦਾ ਵੀ ਪ੍ਰਤੀਕਰਮ ਹੈ। ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਲਗਾਤਾਰ ਜੋ ਮੀਟਿੰਗਾਂ ਚੱਲੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਕੁਝ ਵੀ ਨਹੀਂ ਨਿਕਲਿਆ ਤੇ ਅੱਗੇ ਵੀ ਸਰਕਾਰ ਅਜਿਹੇ ਹਾਲਾਤਾਂ ਦੇ ਵਿੱਚ ਨਹੀਂ ਲੱਗ ਰਹੀ ਕਿ ਕਿਸਾਨ ਅੰਦੋਲਨ ਹੱਲ ਹੋਏਗਾ। भाई मुझे लगता है कि केंद्र सरकार को, हरियाणा सरकार को कोरोना की तो चिंता है, लेकिन किसानों की कोई चिंता नहीं है। जिस तरीके से हरियाणा के गृह मंत्री ने कहा है कि इनसे बात करो, दूसरी बात में उन्होंने ये कहा है कि कोरोना का इनसे खतरा है, कि भैया आपको कोरोना से डर लगता है लेकिन उनकी फसलें नस्लें तबाह हो रही है, उनके बारे में आपको कोई विचार नहीं है। हम ये चाहते हैं कि कोरोना महामारी से भी निपटा जाए, किसानों की बात भी सुनी जाए, और वो परेशान है और आप मुंह चढ़ा रहे हो। आप नरेंद्र तोमर जी बार बार मुंह चढ़ा करके कहते हो बात करनी है तो आ जाओ, आपके अंदर अहंकार इस बात के लिए बोलता है। आप कहते हो कि आंदोलन ख़त्म करके आओ, आप कहते हो कि खेती कानून वापस नहीं होंगे, ये सोच करके आओ, तो फिर आपके पास आना किस लिए है? और आज भी हम मांग करते हैं कि ये खेती कानून रद्द करो। रद्द करने के बाद केंद्र सरकार दोबारा कानून बनाए, किसानों को विश्वास में लेकर बनाए, ताकि देश के अंदर सरकार के प्रति, देश के प्रति विश्वास बढ़ सके। आज किसानों को बेच विश्वासी है, किसान घबराया हुआ है, डरा हुआ है। उनका डर खत्म तभी हो सकता है जब कानून रद्द हो। ਉਧਰ ਬੀਤੇ ਦਿਨੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜੋ ਪੰਜਾਬ ਸਰਕਾਰ ਦੇ ਵੱਲੋਂ ਕੋਟਕਪੂਰਾ ਬਾਈਬਲ ਕਲਾਂ ਕਾਂਡ ਦੇ ਵਿੱਚ ਬਣਾਈ ਗਈ ਸੀ, ਉਸ SIT ਦੀ ਰਿਪੋਰਟ ਨੂੰ ਜਦੋਂ ਹਾਈ ਕੋਰਟ ਦੇ ਵਿੱਚੋਂ ਝਟਕਾ ਲੱਗਿਆ ਹੈ ਤੇ ਇਸ ਰਿਪੋਰਟ ਨੂੰ ਖਾਰਜ ਕਰ ਦਿੱਤਾ ਗਿਆ ਤੇ ਨਵੀਂ SIT ਬਣਾਉਣ ਦੇ ਜੋ ਨਿਰਦੇਸ਼ ਹੋਏ ਸੀ, ਉਹਨਾਂ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਪੱਖੀ ਹੈ। ਹੁਣ ਇਸ ਸਾਰੀ ਪੱਖੀ ਸਿਆਸਤ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਐਂਟਰੀ ਹੋਈ ਹੈ। ਸੁਖਪਾਲ ਸਿੰਘ ਖਹਿਰਾ ਨੇ ਇਸ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਜਪਾ ਤੇ ਅਕਾਲੀ ਦਲ ਦੇ ਉੱਤੇ ਰਲੇ ਮਿਲੇ ਹੋਣ ਦੇ ਇਲਜ਼ਾਮ ਲਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਇਸ ਗੱਲ ਦਾ ਸ਼ੱਕ ਹੈ ਕਿ ਅੰਦਰ ਖਾਤੇ ਦੋਹੇ ਧਿਰਾਂ ਰਲ ਮਿਲ ਕੇ ਕੰਮ ਕਰ ਰਹੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ 2022 ਦੀਆਂ ਚੋਣਾਂ ਵੀ ਇਹ ਅੰਦਰ ਖਾਤੇ ਗੱਠਜੋੜ ਦੇ ਨਾਲ ਹੀ ਲੜਨਗੇ। ਮੈਨੂੰ ਇਹ ਖਦਸ਼ਾ ਵਾ ਕਿ ਅਲਟੀਮੇਟਲੀ ਬਾਦਲ ਦਾ ਪਰਿਵਾਰ ਤੇ BJP ਅੱਜ ਵੀ ਇਕੱਠੇ ਨੇ, ਚਾਹੇ ਉਹਨਾਂ ਨੇ ਕਿਸਾਨੀ ਅੰਦੋਲਨ ਮੁੱਦੇ ਦੇ ਉੱਤੇ ਤੋੜ ਵਿਛੋੜਾ ਕੀਤਾ, ਪਰ ਉਹ ਫਰਜ਼ੀ ਲੱਗਦਾ, ਕਿਉਂਕਿ ਇਹ ਜਿਹੜਾ ਉਹਨਾਂ ਨੂੰ ਬਚਾਇਆ ਗਿਆ ਵਾ, ਇਹ ਸਾਰੀ ਦੁਨੀਆ ਅੱਜ ਜਾਣਦੀ ਆ ਕਿ ਇਹ ਉਹਨਾਂ ਦੀ ਤਾਕਤਵਰ ਵੱਡੇ ਸਰਕਾਰਾਂ ਦੀ ਮੁਦਾਖਲਤ ਤੋਂ ਬਗੈਰ ਨਹੀਂ ਗਾ। ਔਰ ਮੈਂ ਇਹ ਵੀ ਕਹਿ ਸਕਦਾ ਵਾਂ ਕਿ ਆਉਣ ਵਾਲੀਆਂ ਜਿਹੜੀਆਂ 2022 ਦੀਆਂ ਇਲੈਕਸ਼ਨਾਂ ਜਾਂ ਤਾਂ ਬਾਦਲ ਦਲ ਤੇ BJP ਇਕੱਠੇ ਲੜੇਗੀ, ਨਹੀਂ ਤਾਂ ਸਿੱਧੇ ਤੌਰ ਤੇ ਜ਼ਰੂਰ ਇਕੱਠੇ ਹੋ ਕੇ ਲੜਨਗੇ। ਇਨਡਾਇਰੈਕਟ ਅਲਾਇੰਸ ਹੋਵੇਗਾ ਕਿ ਜਿੱਥੇ ਪਿੰਡਾਂ ਦੇ ਵਿੱਚ BJP ਦੇ ਕੋਲ ਕੋਈ ਉਮੀਦਵਾਰ ਨਹੀਂ ਕਿ ਤੁਸੀਂ ਆਪਣੇ ਕੇਡਰ ਨੂੰ ਫੂਕ ਮਾਰ ਦੇਣੀ ਕਿ ਤੁਸੀਂ ਵੋਟਾਂ ਜਿਹੜੀਆਂ ਬਾਦਲ ਨੂੰ ਪਾ ਦਿਓ, ਤੇ ਜਿੱਥੇ ਸ਼ਹਿਰਾਂ ਦੇ ਵਿੱਚ ਬਾਦਲ ਵਾਲਿਆਂ ਦੇ ਕੋਲ ਕੋਈ ਕੈਂਡੀਡੇਟ ਨਹੀਂ, ਉਹ ਕਹਿਣਗੇ ਫੂਕ ਮਾਰ ਦੇਣਗੇ ਆਪਣੇ ਕੇਡਰ ਨੂੰ ਕਿ ਤੁਸੀਂ BJP ਨੂੰ ਵੋਟ ਪਾ ਦਿਓ। ਦਿਸ ਇਜ਼ ਅ ਇਨਡਾਇਰੈਕਟ ਅਲਾਇੰਸ ਵਿਚ ਇਜ਼ 100% ਗੋਇੰਗ ਟੂ ਟੇਕ ਪਲੇਸ। ਇਸ ਕਰਕੇ ਇਹਨਾਂ ਦਾ ਐਕਸਪੋਜ਼ਰ ਹੋਇਆ ਇਸ ਫੈਸਲੇ ਨਾਲ। ਜੇ ਸੁਖਬੀਰ ਬਾਦਲ ਸਮਝਦਾ ਨਾ ਕਿ ਮੈਂ ਜਾਂ ਉਹ ਛਾਤੀ ਚੌੜੀ ਤਾਣ ਕੇ ਕਹਿ ਰਹੇ ਕਿ ਅਸੀਂ ਬਰੀ ਹੋ ਗਏ, ਉਹ ਇੱਥੋਂ ਦੀਆਂ ਅਦਾਲਤਾਂ ਵਿੱਚ ਬਰੀ ਹੋ ਸਕਦੇ, ਲੇਕਿਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਦਾਲਤ ਵਿੱਚ ਕਦੀ ਬਰੀ ਨਹੀਂ ਹੋਣਗੇ, ਕਿਉਂਕਿ ਉਹ ਦੋਸ਼ੀ ਨੇ। ਔਰ ਗੁਰੂ ਗ੍ਰੰਥ ਸਾਹਿਬ, ਜੇ ਇਹਨਾਂ ਲੋਕਾਂ ਨੇ ਬੇਅਦਬੀਆਂ ਨਹੀਂ ਕੀਤੀਆਂ ਤੇ ਇਹਨਾਂ ਲੋਕਾਂ ਨੇ ਗੋਲੀਆਂ ਨਹੀਂ ਚਲਾਈਆਂ, ਫਿਰ ਕਿਹਨੇ ਚਲਾਈਆਂ, ਕੌਣ ਜ਼ਿੰਮੇਵਾਰ ਹੈ? ਉਧਰ ਇਸ SIT ਦੇ ਮਾਮਲੇ ਦੇ ਵਿੱਚ ਰਾਜਕੁਮਾਰ ਵੇਰਕਾ ਨੇ ਵੀ ਆਪਣਾ ਪੱਖ ਦੱਸਿਆ। ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕੋਈ ਵੀ ਖੁਸ਼ ਨਾ ਹੋਵੇ, ਕਿਉਂਕਿ ਇਸ ਮਾਮਲੇ 'ਚ ਸੁਣਵਾਈ ਟਲੀ ਜ਼ਰੂਰ ਹੈ ਪਰ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਗਿਆ। ਬਈ ਕੇਂਦਰ ਦੀ ਸਰਕਾਰ ਪਹਿਲੇ ਬਚਾਉਂਦੀ ਰਹੀ ਹੈ ਬਾਦਲ ਪਰਿਵਾਰ ਨੂੰ। ਅੱਜ ਹੈਰਾਨਗੀ ਇਸ ਗੱਲ ਦੀ ਹੈ ਕਿ ਬਾਦਲ ਪਰਿਵਾਰ ਇਸ ਲਈ ਖੁਸ਼ ਹੋ ਰਿਹਾ ਕਿ ਪਹਿਲੇ ਅਸੀਂ ਕੇਂਦਰ 'ਚ ਸਾਜ਼ਿਸ਼ ਕਰਕੇ ਬਚ ਗਏ, ਹੁਣ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਗਿਆ ਹੈ, ਉਹ ਕੇਸ ਦੇ ਵਿੱਚ ਦੁਬਾਰਾ ਸਿੱਟ ਬਣਾਉਣ ਦਾ ਆਰਡਰ ਹਾਈ ਕੋਰਟ ਨੇ ਕਰ ਦਿੱਤਾ ਹੈ। ਭਾਈ ਇਹ ਕੇਸ ਖਤਮ ਨਹੀਂ ਹੋਇਆ, ਤੁਹਾਨੂੰ ਬਰੀ ਨਹੀਂ ਕੀਤਾ, ਤੁਸੀਂ ਦੋਸ਼ ਮੁਕਤ ਨਹੀਂ ਹੋਏ, ਦੋਸ਼ੀ ਰਹਿੰਦਾ ਹੈ। ਔਰ ਇਹ ਇਨਸਾਫ ਇਹ ਡਿਲੇ ਜ਼ਰੂਰ ਹੋਇਆ, ਇਨਸਾਫ ਮਰਿਆ ਨਹੀਂ, ਔਰ ਦੋਸ਼ੀ ਜਲਦੀ ਸਲਾਖਾਂ ਦੇ ਪਿੱਛੇ ਹੋਣਗੇ ਔਰ ਤੁਹਾਨੂੰ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਹੈ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇੱਕ ਪਾਸੇ ਜਿੱਥੇ ਪੂਰੇ ਮੁਲਕ ਦੇ ਵਿੱਚ ਕਈ ਜਗ੍ਹਾਵਾਂ ਦੇ ਉੱਤੇ ਲਾਕਡਾਊਨ ਪੂਰਨ ਤੌਰ ਤੇ ਉੱਤੇ ਕਰ ਦਿੱਤਾ ਗਿਆ ਹੈ, ਤੇ ਜੇਕਰ ਪੰਜਾਬ, ਦਿੱਲੀ ਅਤੇ
ਚੰਡੀਗੜ੍ਹ ਸਮੇਤ ਹਰਿਆਣਾ ਦੀ ਵੀ ਗੱਲ ਕਰੀਏ ਤਾਂ ਕਈ ਜਗ੍ਹਾਵਾਂ ਦੇ ਉੱਤੇ ਨਾਈਟ ਕਰਫਿਊ ਲਗਾ ਦਿੱਤਾ ਗਿਆ। ਪਰ ਇਸੇ ਕੜੀ ਦੇ ਦਰਮਿਆਨ ਬਹੁਤ ਸਾਰੀਆਂ ਤਸਵੀਰਾਂ ਅਜਿਹੀਆਂ ਸਾਹਮਣੇ ਆਉਂਦੀਆਂ ਨੇ ਜਦੋਂ ਸਿਆਸੀ ਰੈਲੀਆਂ ਦੇ ਵਿੱਚ ਵੱਡੇ ਇਕੱਠ ਹੋ ਜਾਂਦੇ ਨੇ ਤੇ ਆਮ ਲੋਕਾਂ ਦੇ ਇਕੱਠਾਂ ਦੇ ਉੱਤੇ ਪਾਬੰਦੀਆਂ ਰਹਿੰਦੀਆਂ ਨੇ। ਅਜਿਹਾ ਹੀ ਕੁਝ ਮੁੱਲਾਂਪੁਰ ਦਾਖਾਂ ਦੇ ਵਿੱਚੋਂ ਵੇਖਣ ਨੂੰ ਸਾਹਮਣੇ ਆਇਆ, ਜਿੱਥੇ ਮੁੱਲਾਂਪੁਰ ਦਾਖਾਂ ਦੇ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਣ ਦੇ ਲਈ ਪਹੁੰਚੇ ਕਾਂਗਰਸ ਦੇ ਵੱਡੇ ਆਗੂ ਕੈਪਟਨ ਸੰਦੀਪ ਸੰਧੂ ਦੇ ਸਮੇਤ ਪੰਜਾਬ ਦੇ ਕੈਬਨਿਟ ਮੰਤਰੀ ਇਸ ਬੈਠਕ ਦੇ ਵਿੱਚ ਪਹੁੰਚੇ ਅਤੇ ਇਸ ਦਰਮਿਆਨ ਇੱਕ ਵੱਡਾ ਇਕੱਠ ਵੇਖਣ ਨੂੰ ਮਿਲਿਆ, ਜਿਸ ਦਰਮਿਆਨ ਕੋਰੋਨਾ ਮਹਾਮਾਰੀ ਦੇ ਨਿਯਮਾਂ ਦੀਆਂ ਵੀ ਧੱਜੀਆਂ ਉੜਦੀਆਂ ਵਿਖਾਈ ਦਿੱਤੀਆਂ ਨੇ। ਜਿਸ ਤੋਂ ਬਾਅਦ ਜਦੋਂ ਮੰਤਰੀਆਂ ਨੂੰ ਇਸ ਸਬੰਧ ਦੇ ਵਿੱਚ ਸਵਾਲ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਲੋਕਾਂ ਨੂੰ ਇਸ ਬੱਸ ਸਟੈਂਡ ਬਣਨ ਦੀ ਖੁਸ਼ੀ ਹੀ ਬਹੁਤ ਹੈ, ਇਸ ਕਰਕੇ ਆਪ ਮੁਹਾਰੇ ਲੋਕ ਪਹੁੰਚੇ ਨੇ। ਸਰ, ਸਭ ਤੋਂ ਪਹਿਲਾਂ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ, ਤੁਸੀਂ ਸਾਰਿਆਂ ਨੇ ਸਮਾਂ ਕੱਢ ਕੇ ਇੱਥੇ ਆ ਕੇ ਅੱਜ ਜਿਹੜਾ ਆਧੁਨਿਕ ਆਪਾਂ ਮਾਡਰਨ ਬੱਸ ਸਟੈਂਡ ਦਾ ਜਿਹੜਾ ਨੀਂਹ ਪੱਥਰ ਰੱਖ ਕੇ ਗਏ ਹੈਗੇ ਆ ਸਾਡੇ ਲੋਕਲ ਬਾਡੀਜ਼ ਮਿਨਿਸਟਰ, ਤੁਸੀਂ ਸਾਰਿਆਂ ਨੇ ਉਹਨੂੰ ਕਵਰ ਕੀਤਾ, ਤੁਹਾਡਾ ਮੈਂ ਜਿੱਥੇ ਧੰਨਵਾਦ ਕਰਦਾ ਉੱਥੇ ਮੈਂ ਵਿਸ਼ੇਸ਼ ਤੌਰ ਤੇ ਦਾਖਾ ਹਲਕੇ ਨੂੰ ਔਰ ਮੁੱਲਾਂਪੁਰ ਵਾਸੀਆਂ ਨੂੰ ਵਧਾਈ ਦਿੰਦਾ ਕਿ ਬਹੁਤ 50-60 ਸਾਲ ਪੁਰਾਣੀ ਜਿਹੜੀ ਇਹ ਡਿਮਾਂਡ ਸੀਗੀ ਇਹ ਅੱਜ ਉਹ ਪੂਰੀ ਹੋਈ ਹੈ, ਉਹਨੂੰ ਬੂਰ ਪਿਆ ਹੈਗਾ ਔਰ ਉਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਨਾਲ ਅੱਜ ਸਾਡੀ ਕੋਸ਼ਿਸ਼ ਇਹੀ ਰਹੀ ਹੈਗੀ ਹੈ ਕਿ ਜਿਵੇਂ ਤੁਸੀਂ ਵੀ ਧਿਆਨ 'ਚ ਲਿਆਂਦਾ ਕਿ ਅਸੀਂ ਜੇ ਤੁਸੀਂ ਸੀਟਿੰਗ ਅਰੇਂਜਮੈਂਟ ਵੀ ਦੇਖੋਗੇ ਔਰ ਉੱਤੇ ਵੀ ਦੇਖੋਗੇ, ਸਾਡੀ ਕੋਸ਼ਿਸ਼ ਇਹੀ ਸੀ ਕਿ 100-150 ਸਿਰਫ ਬੰਦੇ ਹੈਗੇ, 100 ਦੀ ਅਸੀਂ ਪਰਮਿਸ਼ਨ ਸੀ, ਉਸ ਹਿਸਾਬ ਨਾਲ 15 ਜਣੇ ਦਾ ਅਸੀਂ ਉੱਤੇ ਰੱਖਿਆ ਸੀ। ਸਾਡੀ ਕੋਸ਼ਿਸ਼ ਇਹ ਸੀ ਕਿ ਜਿਹੜੇ ਨਿਯਮ ਹੈਗੇ ਇਹਨਾਂ ਸਾਰਿਆਂ ਦੀ ਪਾਲਣਾ ਹੋਵੇ। ਪਰ ਅੱਜ ਇਹ ਕਿਉਂਕਿ ਮਾਹੌਲ ਕੁਦਰਤ ਵੱਲੋਂ ਕਿਉਂਕਿ 60-70 ਸਾਲ ਪੁਰਾਣੀ ਜਿਹੜੀ ਚੀਜ਼ ਜਿਹੜੀ ਅੱਜ ਤੱਕ ਬਣੀ ਨਾ ਹੋਵੇ, ਜਦੋਂ ਉਹ ਬਣ ਜਾਂਦੀ ਇੱਕ ਲੋਕਾਂ 'ਚ ਉਤਸ਼ਾਹ ਆ ਜਾਂਦਾ, ਜਿਸ ਲਈ ਉਸ ਲਈ ਅਸੀਂ ਮਾਫੀ ਵੀ ਮੰਗਦੇ ਹਾਂ ਕਿ ਕਿਤੇ ਨਾ ਕਿਤੇ ਉੱਥੇ ਕਮੀ ਰਹੀ ਹੋਗੀ। ਨਾਲ ਅਸੀਂ ਸਾਰਿਆਂ ਦਾ ਧੰਨਵਾਦ ਔਰ ਤੁਹਾਡਾ ਵਿਸ਼ੇਸ਼ ਤੌਰ ਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਈਵੈਂਟ ਨੂੰ ਕਵਰ ਕੀਤਾ। ਕੋਈ ਹਜ਼ਾਰਾਂ ਦਾ ਨਹੀਂ ਮੈਂ ਦੇਖ ਕੇ ਆਇਆ, ਉਹਨੇ ਸੋਸ਼ਲ ਡਿਸਟੈਂਸ ਪੂਰਾ ਕ੍ਰੀਏਟ ਕੀਤਾ ਹੈ। ਇੱਕ ਬੱਸ ਸਟੈਂਡ ਦਾ ਉਦਘਾਟਨ ਕੋਈ ਪੋਲੀਟੀਕਲ ਰੈਲੀ ਨਹੀਂ, 70 ਗਿਣਤੀ ਤਾਂ ਹਜ਼ਾਰਾਂ ਦੀ ਹੈਗੀ ਹੈ। ਨਹੀਂ ਕੋਈ ਹਜ਼ਾਰਾਂ ਦਾ ਕੀ, ਹਜ਼ਾਰ ਵੀ ਹੈ ਨਹੀਂ ਜੀ, ਤੁਸੀਂ ਕਾਊਂਟ ਕਰ ਲਓ, ਅਸੀਂ ਤਾਂ ਦੇਖ ਕੇ ਆਏ। 300 ਦਾ ਉੱਥੇ ਕੁਰਸੀ ਲੱਗੀ ਹੋਈ ਹੈ ਜੀ, ਪੂਰੀ ਸੋਸ਼ਲ ਡਿਸਟੈਂਸ ਲੱਗੀ ਹੋਈ ਹੈ। ਹਾਂਜੀ, 100 ਜਣਾਂ ਦੇ ਇਕੱਠ ਦੀ ਅਲਾਊਡ ਹੈ ਜੀ, ਬਸ ਪਰਮਿਸ਼ਨ ਜਿਹੜੀ ਹੈ 100 ਜਣੇ ਦੇ ਇਕੱਠ ਦੀ ਆ। ਉਹਨਾਂ ਨੇ ਕਿਹਾ ਕਿ ਜਿਹੜਾ ਇਨਡੋਰ 50 ਆਊਟਡੋਰ 100 ਜਿਹੜਾ ਇਹ ਜਿਹੜੀ ਪਬਲਿਕ ਇਕੱਠੀ ਹੋ ਜਾਂਦੀ ਹੈ ਅਸੀਂ ਚੈੱਕ ਕਰ ਲੈਂਦੇ। ਪਰ ਅੱਜ ਦਾ ਜਿਹੜਾ ਖੁਸ਼ੀ ਦਾ ਮੌਕਾ ਸੀਗਾ, ਲੋਕਾਂ ਨੂੰ ਬਥੇਰਾ ਸਮਝਾਉਣ ਦੀ ਗੱਲ ਹੈ, ਪਰ ਲੋਕ ਇਹ ਜਿਹੜਾ ਠਾਠਾ ਮਾਰਦਾ ਕੱਟ ਸੀਗਾ ਇਸ ਖੁਸ਼ੀ ਲਈ ਨਿਕਲਿਆ ਕਿ ਇਹਨਾਂ ਦੇ ਸ਼ਹਿਰ ਦੇ ਵਿੱਚ ਕਈ ਸਾਲਾਂ ਬਾਅਦ ਜਿਹੜੀ ਲੋੜ ਸੀ ਉਹ ਪੂਰੀ ਹੋ ਰਹੀ ਹੈ। ਇੱਕ ਪਾਸੇ ਜਿੱਥੇ ਮੰਡੀਆਂ ਦੇ ਵਿੱਚ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਆਪੋ ਆਪਣੀ ਕਣਕ ਲੈ ਕੇ ਕਿਸਾਨ ਬਾਰੀ ਦਰ ਬਾਰੀ ਮੰਡੀਆਂ ਦੇ ਵਿੱਚ ਪਹੁੰਚ ਰਹੇ ਨੇ, ਉਧਰ ਦੂਜੇ ਪਾਸੇ ਕਣਕ ਦੀ ਖੜੀ ਫਸਲ ਨੂੰ ਕਈ ਜਗ੍ਹਾ ਦੇ ਉੱਤੇ ਅੱਗ ਲੱਗਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਕਈ ਜਗ੍ਹਾਵਾਂ ਦੇ ਉੱਤੇ ਕਿਸਾਨਾਂ ਦੀ ਇਹ 6 ਮਹੀਨਿਆਂ ਦੀ ਮਿਹਨਤ ਦੇ ਨਾਲ ਫਾਲੀ ਹੋਈ ਫਸਲ ਹੁਣ ਮਿੱਟੀ ਹੋ ਚੁੱਕੀ ਹੈ। ਸਵਾਹ ਹੋਈ ਇਸ ਫਸਲ ਨੂੰ ਵੇਖ ਕੇ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਅਥਰੂ ਹੈ, ਕਿਉਂਕਿ ਲਗਾਤਾਰ 6 ਮਹੀਨੇ ਇਸ ਫਸਲ ਨੂੰ ਪਾਲਣ ਦੇ ਲਈ ਕਿਸਾਨ ਮਿਹਨਤ ਕਰਦੇ ਨੇ। ਪਰ ਕਿਸਾਨਾਂ ਦੀ ਮਿਹਨਤ ਦੇ ਉੱਤੇ ਉਸ ਵਕਤ ਪਾਣੀ ਫਿਰ ਜਾਂਦਾ ਹੈ ਜਦੋਂ ਕਈ ਵਾਰ ਸ਼ਾਰਟ ਸਰਕਟ ਦੇ ਜ਼ਰੀਏ ਜਾਂ ਫਿਰ ਕਈ ਵਾਰ ਆਪਸੀ ਰੰਜਿਸ਼ਾਂ ਦੇ ਜ਼ਰੀਏ ਇਹ ਖੜੀਆਂ ਫਸਲਾਂ ਤਬਾਹ ਹੋ ਜਾਂਦੀਆਂ ਨੇ। ਟਰੈਕਟਰ ਦੇ ਨਾਲ ਫਾਲੇ ਪਾ ਕੇ ਆਪਣੀ ਅੱਗ ਬੁਝਾਈ ਗਈ ਹੈ। ਨੌਜਵਾਨ ਮੁੰਡਿਆਂ ਨੇ ਆਪਣੇ ਤੂਤ ਦੇ ਛੜੀਆਂ ਨਾਲ ਵੀ ਬੁਝਾਈ ਗਈ ਹੈ ਤੇ ਪੈਪ ਪਾਣੀ ਦੇ ਛਿੜਕੇ ਔਰ ਰੰਗੀਲ ਪ੍ਰਵਾਲ ਫੈਕਟਰੀ ਨੂੰ ਵੀ ਅੱਗ ਲੱਗ ਸਕਦੀ ਸੀ। ਇਸ ਨਾਲ ਸਾਡੇ 20 ਕਿੱਲਿਆਂ ਏਕੜ ਨੂੰ ਹੋਰ ਲੱਗ ਸਕਦੀ ਸੀ। ਇੱਥੇ ਬਿਜਲੀ ਡਿਪਾਰਟਮੈਂਟ ਵੀ ਆ ਲਿਆ, ਐਸਡੀਓ ਸਾਹਿਬ ਵੀ ਆ ਲਿਆ, ਜੇ ਸਾਹਿਬ ਵੀ ਆ ਲਏ। ਉਹ ਕਹਿੰਦੇ ਵੀ ਇਹ ਅੱਗ ਇਲੈਕਟ੍ਰੀਕਲ ਸ਼ਾਰਟ ਹੈ ਨਹੀਂ ਕਿ ਮੇਨ ਪਾਵਰ ਲਾਈਨ ਹੈ, ਜੇ ਉੱਪਰੋਂ ਸ਼ਾਰਟ ਵੀ ਵੱਜਦਾ ਤਾਂ ਜ਼ਮੀਨ ਲੈਵਲ ਤੇ ਪਹੁੰਚ ਨਹੀਂ ਸਕਦਾ। ਇਹ ਜਿਹੜੀ ਸਾਰੀ ਕਾਰਵਾਈ ਹੈ ਇਹ ਜਾਂ ਤਾਂ ਬੀੜੀ ਪੀਤੀ ਹੈ, ਬੀੜੀ ਪੀ ਕੇ ਉਹਨੇ ਬੀੜੀ ਛਿੜਤੀ, ਉਹਨਾਂ ਅੱਗ ਫੜ ਲਈ। ਜਦ ਸਾਡਾ ਬੰਦਾ ਆਇਆ ਇੱਥੇ ਮੁੰਡਾ, ਜਦੋਂ ਇੱਥੇ ਪਹੁੰਚਿਆ ਤਾਂ ਭਈਏ ਇੱਥੋਂ ਭੱਜੇ ਹੈ, ਫਿਰ ਭਈਏ ਆਪਣੇ ਆਪ ਪਾਣੀ ਲਾ ਕੇ ਪਾਈਪ ਲਾ ਕੇ ਅੱਗ ਬੁਝਾਉਣ ਲੱਗੇ ਹੋਏ ਨੇ। ਇਹ ਤਾਂ ਵੱਡੀ ਉਂਗਲੀ ਆਪਣੇ ਆਪ ਅੱਗ ਕਿਵੇਂ ਬੁਝਾਉਣ ਲੱਗੇ। ਜਦੋਂ ਦੇਖਿਆ ਅਸੀਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਸਭ ਤੋਂ ਪਹਿਲਾਂ ਫੋਨ ਕਰਿਆ ਤੇ ਆਪਣੇ ਬੰਦੇ ਸ਼ੈਲਰ ਤੋਂ 4-5 ਬੰਦੇ ਸ਼ੈਲਰ ਤੋਂ ਭੇਜ ਕੇ ਉੱਥੇ ਅੱਗ ਬੁਝਾਉਣ ਵਾਸਤੇ ਚਲੇ ਗਏ, ਠੀਕ ਹੈ ਨਾ। ਤੇ ਉਹਨਾਂ ਨੇ ਜਿਵੇਂ ਦੇਖਿਆ ਨਾਲ ਆਪਣੀ ਪਾਈਪ ਉਰੇ ਤੋਂ ਪਾਈਪ ਲੈ ਕੇ ਵੱਡੀ ਪਾਈਪ ਲੈ ਕੇ ਉੱਥੇ ਤੱਕ ਮਤਲਬ ਪਾਈਪ ਉਹ ਕਰੀ, ਨਾਲ ਝਾੜੀਆਂ ਐਵੇਂ ਹਰੇ ਰੰਗ ਦੀਆਂ ਝਾੜੀਆਂ ਉੱਥੇ ਕੋਸ਼ਿਸ਼ ਕਰੀ ਵੀ ਪੂਰੀ ਅੱਗ ਬੁਝੇ। ਨਾਲ ਫਟਾਫਟ 5-7-10 ਮਿੰਟ ਬਾਅਦ ਪਿੰਡ ਵਾਲਿਆਂ ਨੂੰ ਫੋਨ ਕਰਿਆ ਤੇ ਫਾਇਰ ਬ੍ਰਿਗੇਡ ਨੂੰ ਫੋਨ ਕਰਿਆ, ਨਾਲ ਦੀ ਨਾਲ ਫਾਇਰ ਬ੍ਰਿਗੇਡ ਆਈ 10-15 ਮਿੰਟ ਬਾਅਦ ਤੇ ਪੂਰੀ ਆਪਣੇ ਵੱਲੋਂ ਜਿੰਨੀ ਕੋਸ਼ਿਸ਼ ਹੋਈ ਅੱਗ ਬੁਝਾਉਣ ਦੀ ਕੀਤੀ। ਕੀ ਲੱਗਦਾ ਕੀ ਕਾਰਨ ਰਿਹਾ ਜਿਹੜਾ ਅੱਗ ਲੱਗਣ ਦਾ? ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ, ਸ਼ਾਇਦ ਕਿ ਉੱਪਰੋਂ
ਮੈਨੂੰ ਲੱਗਿਆ ਕਿ ਕੋਈ ਉੱਪਰੋਂ ਕੋਈ ਚਿੰਗਾਰੀ ਵਗੈਰਾ ਆਈ ਹੈ। ਹੋਰ ਸਾਨੂੰ ਇਸ ਬਾਰੇ ਕੁਝ ਨਹੀਂ ਕਹਿ ਸਕਦਾ। ਜਾਂ ਉੱਧਰੋਂ ਕੋਈ ਕੀ ਹੋਇਆ ਸਾਨੂੰ ਕੁਝ ਨਹੀਂ ਪਤਾ ਇਸ ਬਾਰੇ। ਪਰ ਸਾਨੂੰ ਸਰਪੰਚ ਪੱਥਰਮਾਜਰੇ ਦਾ ਫੋਨ ਗਿਆ ਸੀ ਕਿ ਇੱਥੇ ਰਗੀਲਪੁਰ ਪਿੰਡ ਦੇ ਪਿੱਛੇ ਨਾ ਮੰਦਰ ਲਾਗੇ ਅੱਗ ਲੱਗੀ ਹੈ, ਸੈਲਰ ਲੱਗੇ। ਤਾਂ ਅਸੀਂ ਮੌਕੇ ਤੇ ਪਹੁੰਚੇ, ਸਾਡੇ ਤੋਂ ਪਹਿਲਾਂ ਹੀ ਅੱਗ ਜਿਹੜੀ ਹੈ ਬੁਝ ਚੁੱਕੀ ਸੀ। ਪਰ ਇਹ ਕੁਝ ਵਿਅਕਤੀ ਸਾਡੇ ਇੱਥੇ ਦੇ ਸਿਗਰਟਾਂ ਬੀੜੀਆਂ ਸਾਈਡ 'ਤੇ ਮਿਲੀਆਂ, ਇਹਦੀ ਜਾਂਚ ਕਰ ਰਹੇ ਪਈ ਅੱਗ ਮਤਲਬ ਕਾਰਨ ਕੀ ਅੱਗ ਲੱਗਣ ਦਾ। ਤਕਰੀਬਨ 7.5 ਏਕੜ ਜਿਹੜੀ ਕਣਕ ਹੈ ਉਹ ਅੱਗ ਲੱਗਣ ਤਬਾਹ ਹੋ ਚੁੱਕੀ ਹੈ। ਇਹ ਜ਼ਮੀਨ ਅਸੀਂ ਠੇਕੇ ਤੇ ਲੱਤੀ ਵੀ ਹੈ। ਘੱਟੋ ਘੱਟ ਸਾਡਾ 5 ਏਕੜ ਦਾ ਨੁਕਸਾਨ ਹੋ ਗਿਆ। ਕਿੰਨੀ ਫਸਲ ਹੈ ਜਿਹਨੂੰ ਜਿਹੜੀ ਕਿ ਸੜ ਗਈ ਹੈ, ਤੇ ਕਦੋਂ ਸਾਨੂੰ ਪਤਾ ਲੱਗਿਆ ਜਦੋਂ ਅੱਗ ਲੱਗੀ? ਸਾਨੂੰ ਜੀ ਜਦੋਂ ਅੱਗ ਲੱਗੀ ਉਹ ਤੋਂ ਸਾਨੂੰ 10 ਕੁ ਮਿੰਟ ਬਾਅਦ ਪਤਾ ਲੱਗਿਆ ਜੀ। ਤਾਂ ਅਸੀਂ ਇੱਥੇ ਤੇ ਆਪਣਾ ਆ ਕੇ ਇੱਥੇ ਆਪਣਾ ਇੰਤਜ਼ਾਮ ਕੀਤਾ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਤੇ ਆਪਣੇ ਟਰੈਕਟਰਾਂ ਦੇ ਨਾਲ ਇਹਨੂੰ ਅਸੀਂ ਕਾਬੂ ਪਾਇਆ ਅੱਗ ਨੂੰ। ਕਿਸ ਤਰ੍ਹਾਂ ਬੁਝਾਈ ਅੱਗ ਜਿਹੜੀ ਕਿ? ਅਸੀਂ ਕੁਝ ਬੰਦਿਆਂ ਨੇ ਆਪਣੇ ਟੂਸੇ ਲੈ ਕੇ ਅੱਗ ਬੁਝਾਈ ਹੈ, ਕੁਝ ਫਾਇਰ ਬ੍ਰਿਗੇਡ ਨਾਲ ਬੁਝਾਈ ਹੈ, ਕੁਝ ਲੋਕੀ ਪੰਪ ਲੈ ਕੇ ਵੀ ਆਏ ਸਪਰੇਅ ਵਾਲੇ, ਉਹਨਾਂ ਨਾਲ ਵੀ ਬੁਝਾਈ ਗਈ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਨਹੀਂ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।